पंजाब और कैप्टन अमरिंदर सिंह आपके आलीशान फार्म हाउस तो बाहर नहीं निकल रहे नंबर ते पहुंचाता हुण 19वें नंबर ते पहुंच गया पंजाब सूबा। ऑर्डर के हालात वेख लो की बन गए यार। नो ग्रोथ कित्थों होनी है क्योंकि एग्रीकल्चर तो आप सारे समझ रहे कि स्टैगनेंट है। एग्रीकल्चर च ग्रोथ ही नहीं है। 1 पॉइंट सड़कों से चढ़ के देख दिखा दो कितने लॉकडाउन जिस सूबे च इकानमी का बुरा हाल होवे। वर्ग पंजाब का इंडस्ट्री है वो कह रहा कि एक वायदा नहीं पूरा होया मगर पता नहीं किहड़ी रंगली दुनिया च रहिंदे लोग पंजाब दे चीकां मार रहे चाहे वो किसान है चाहे वो नौजवान है। 6 ये पता नहीं किहड़ा मापदंड तुसीं लोकां नूं सपोर्ट की दित्ती 2 नंबर ते पहुंचाता हुण 19वें नंबर ते पहुंच गया पंजाब सूबा। 2-4 कर 2-4 कर ओ यार कौन है 2-4 पीछे हाथ थल्ले कर यार थोड़े उधरों दा कर ये पीछे कर हाथ देखो भाई नाल जो मजीठिया साहब ट्रोपे नु हाथ लाओ ला दो ट्रोपे नु हाथ आ गया 2-4 आ गया जी आगे दे दो इसको रिकॉर्ड करना। ਅੱਜ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੁਰਾਣੇ ਸਾਥੀ ਰਹੇ ਉਸ ਤੋਂ ਬਾਅਦ ਚਲੋ ਮਨ ਮਟਾਕ ਹੋਇਆ ਔਰ ਇਹਨਾਂ ਨੇ ਫਿਰ ਲੰਮਾ ਸਮਾਂ ਪੰਜਾਬ ਦੇ ਪ੍ਰਧਾਨ ਯੂਥ ਦੇ ਨੀਟੂ ਗਰੇਵਾਲ ਜੀ ਜਿਨ੍ਹਾਂ ਨੇ ਪਾਰਟੀ 'ਚ ਕੰਮ ਕੀਤਾ ਅੱਜ ਉਹ ਵਾਪਸ ਘਰ ਵਾਪਸੀ ਹੋਈ ਹੈ। ਮੈਂ ਉਹਨਾਂ ਨੂੰ ਪਾਰਟੀ 'ਚ ਜੀ ਆਇਆਂ ਨੂੰ ਕਹਿਣਾ ਉਹਨਾਂ ਨੂੰ ਉਹਨਾਂ ਦੇ ਬਜ਼ੁਰਗਾਂ ਨੂੰ ਉਹਨਾਂ ਦੇ ਸਾਥੀ ਸਾਹਿਬਾਨਾਂ ਨੂੰ ਤੇ ਆਸ ਕਰਦਾ ਉਮੀਦ ਕਰਦਾ ਕਿ ਜਿਵੇਂ ਪਹਿਲਾਂ ਜਦ ਢਿੱਲੋਂ ਸਾਹਿਬ ਪ੍ਰਧਾਨ ਹੁੰਦੇ ਸਨ ਉਦੋਂ ਯੂਥ ਨੂੰ ਤਗੜਿਆ ਕਰਨ ਵਾਸਤੇ ਇਹਨਾਂ ਨੇ ਬਹੁਤ ਮੋਹਰੀ ਰੋਲ ਅਦਾ ਕੀਤਾ ਸੀ। ਫਿਰ ਤਗੜੇ ਹੋ ਕੇ ਪਾਰਟੀ ਨੂੰ ਲਾਮਬੰਦ ਕਰਨਗੇ ਤੇ ਲੁਧਿਆਣੇ ਸ਼ਹਿਰ 'ਚ ਪਾਰਟੀ ਦੀ ਕਾਮਯਾਬੀ ਲਈ ਦਿਨ ਰਾਤ ਇੱਕ ਕਰਕੇ ਪਾਰਟੀ 'ਚ ਮਜ਼ਬੂਤੀ ਲਿਆਉਣ। ਦੂਜੀ ਬੇਨਤੀ ਜਿਹੜੀ ਮੈਂ ਸਮਝਦਾ ਬੜੀ ਜ਼ਰੂਰੀ ਹੈ ਕਿਉਂਕਿ ਅਸੀਂ ਅੱਜ ਇੱਕ ਇੰਡਸਟਰੀਅਲ ਟਾਊਨ 'ਚ ਆਏ ਹਾਂ ਔਰ ਇਕਨੋਮਿਕ ਗਰੋਥ ਕਿਸੇ ਸੂਬੇ ਦੀ ਤਰੱਕੀ ਵਾਸਤੇ ਸਭ ਤੋਂ ਜ਼ਰੂਰੀ ਹੈ ਔਰ ਇਕਨੋਮਿਕ ਗਰੋਥ 'ਚ ਇੱਕ ਸਭ ਤੋਂ ਵੱਡਾ ਇੰਪੋਰਟੈਂਟ ਫੈਕਟਰ ਹੈ ਇੰਡਸਟਰੀਅਲ ਗਰੋਥ ਔਰ ਇੰਡਸਟਰੀਅਲ ਗਰੋਥ ਨਾਲ ਜੁੜੀ ਹੈ ਰੋਜ਼ਗਾਰ। ਮੈਨੂੰ ਬੜੀ ਹੈਰਾਨਗੀ ਹੋਈ ਆ ਮੈਂ ਵੱਡੇ ਵੱਡੇ ਬੋਰਡ ਵੇਖ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਵੈਸੇ ਤਾਂ ਉਹਨਾਂ ਨੂੰ ਤਾਂ ਸਨਮਾਨਿਤ ਹੋਣਾ ਚਾਹੀਦਾ। ਇੱਕ ਅਵਾਰਡ 'ਚ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਨੂੰ ਪਹਿਲਾ ਨੰਬਰ ਆਉਣਾ ਚਾਹੀਦਾ ਉਹ ਹੈ ਕਿ ਕਿਸ ਹੱਥ ਦੀ ਸਫਾਈ ਨਾਲ ਇਹ ਝੂਠ ਬੋਲ ਸਕਦੇ। ਹੈਰਾਨਗੀ ਹੋਈ ਮੈਨੂੰ ਪਹਿਲਾਂ ਇਹਨਾਂ ਨੇ ਭਾਸ਼ਣ ਇੱਕ ਦਿਨ ਦੇ ਦਿੱਤਾ ਕਿ ਅਸੀਂ 84.6 ਇਹ ਪਤਾ ਨਹੀਂ ਕਿਹੜਾ ਮਾਪਦੰਡ ਕੱਢਿਆ ਕਿ 84.6 ਵਾਅਦਾ ਪੂਰੇ ਕਰਤੇ ਔਰ ਜਦ ਤੱਕ ਬਜਟ ਪੇਸ਼ ਹੋਇਆ ਕਿਉਂਕਿ ਬਜਟ ਤੋਂ ਪਹਿਲਾਂ ਇਹ ਗੱਲ ਕਹੀ ਸੀ ਉਸ ਤੋਂ ਬਾਅਦ ਕਹਿੰਦੇ ਜੀ ਅਸੀਂ ਹੁਣ ਲਗਭਗ 100 ਤੇ ਪਹੁੰਚ ਗਏ। ਲੋਕ ਪੰਜਾਬ ਦੇ ਚੀਕਾਂ ਮਾਰ ਰਹੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਨੌਜਵਾਨ ਹੈ ਚਾਹੇ ਉਹ ਵਪਾਰੀ ਹੈ ਚਾਹੇ ਉਹ ਸਾਡਾ ਦਲਿਤ ਵੀਰ ਹੈ ਹਰ ਵਰਗ ਪੰਜਾਬ ਦਾ ਇੰਡਸਟਰੀ ਹੈ ਉਹ ਕਹਿ ਰਿਹਾ ਕਿ ਇੱਕ ਵਾਅਦਾ ਨਹੀਂ ਪੂਰਾ ਹੋਇਆ ਮਗਰ ਇਹ ਪਤਾ ਨਹੀਂ ਕਿਹੜੀ ਰੰਗਲੀ ਦੁਨੀਆ 'ਚ ਰਹਿੰਦੇ ਆ ਕਿ ਇਹ ਕਹਿ ਰਿਹਾ ਕਿ ਇਹ ਸਾਡੇ ਤਾਂ ਲਗਭਗ ਸਾਰੇ ਵਾਅਦੇ ਔਰ ਭਾਸ਼ਣ ਦੇ ਰਹੇ ਇੱਕ ਪ੍ਰੈਸ ਕਾਨਫਰੰਸ 'ਚ ਕਿ ਇਕੱਲਾ ਇੱਕੋ ਹੀ ਸੂਬਾ ਹੈ ਪਤਾ ਨਹੀਂ ਕੇਰਲਾ ਦੀ ਗੱਲ ਕੀਤੀ ਕਿਹਦੀ ਕੀਤੀ ਇੱਕ ਮੁੱਖ ਮੰਤਰੀ ਦੀ ਕਿ ਉਹਨੇ 90% ਕੀਤੇ ਸੀ ਤੇ ਮੈਂ 100 ਹੀ ਕਰ ਦੇਣੇ ਵਾਅਦੇ ਪੂਰੇ। ਇਸ ਤਰੀਕੇ ਦਾ ਝੂਠ ਮਾਰਿਆ ਜਾ ਰਿਹਾ ਔਰ ਅੱਜ ਪੰਜਾਬ 'ਚ ਲਾਅ ਐਂਡ ਆਰਡਰ ਦੇ ਹਾਲਾਤ ਵੇਖ ਲਓ ਕੀ ਬਣ ਗਏ ਆ। नो इंडस्ट्रीयल ग्रोथ ईज ऑफ डूइंग बिजनेस च जेड़ा पहला 12वें नंबर ते पहुंचाता हुण 19वें नंबर ते पहुंच गया पंजाब सूबा। हाईएस्ट इलैक्ट्रिसिटी रेट्स ते जे सूबे च कोई निवेश नहीं आ रहा कोई इंडस्ट्री नहीं आ रही फिर रोज़गार कित्थों मिलना ग्रोथ कित्थों होनी है क्योंकि एग्रीकल्चर तो आप सारे समझ रहे कि स्टैगनेंट है। एग्रीकल्चर 'ਚ ग्रोथ ही नहीं है। 1.5% या 1.8% ਉੱਥੇ ਹੀ ਫਸਿਆ ਬੜੇ ਚਿਰ ਦਾ। ਇਹਨਾਂ ਹਾਲਾਤਾਂ 'ਚ ਅੱਜ ਪੰਜਾਬ ਨੂੰ ICU 'ਚ ਵਾਰਤਾ ਇੱਕ ਤਰੀਕੇ ਦੇ ਐਮਰਜੈਂਸੀ ਵਾਰਡ 'ਚ ਹੈ ਪੰਜਾਬ ਔਰ ਕੈਪਟਨ ਅਮਰਿੰਦਰ ਸਿੰਘ ਆਪਦੇ ਆਲੀਸ਼ਾਨ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲ ਰਹੇ ਉੱਥੋਂ ਹੀ ਬੈਠੇ ਕਹਿ ਦਿੰਦੇ ਆ ਅੱਜ ਲਾਕਡਾਊਨ ਹੋ ਗਿਆ
ਮੈਨੂੰ ਤਾਂ ਕੋਈ ਲਾਕਡਾਊਨ 9 ਵਜੇ ਤੋਂ ਬਾਅਦ ਤੁਸੀਂ ਸੜਕਾਂ ਤੇ ਚੜ੍ਹ ਜਿਓ, ਦੇਖ ਦਿਖਾ ਦਿਓ ਕਿੱਥੇ ਲਾਕਡਾਊਨ। ਜਿਸ ਸੂਬੇ 'ਚ ਇਕਾਨਮੀ ਦਾ ਬੁਰਾ ਹਾਲ ਹੋਵੇ, ਲੋਕਾਂ ਤੋਂ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ, ਕੋਈ ਇਕਨੋਮਿਕ ਪੈਕੇਜ ਹੈ ਨਹੀਂ, ਕਦੇ ਖੋਲ ਦਿਓ ਕਦੇ ਬੰਦ ਕਰ ਦਿਓ, ਤੁਸੀਂ ਲੋਕਾਂ ਨੂੰ ਸਪੋਰਟ ਕੀ ਦਿੱਤੀ? 2 ਵਕਤ ਦੀ ਰੋਟੀ ਲਈ ਲੋਕ ਇੱਥੋਂ ਕਿੱਡੀ ਵੱਡੀ ਗਿਣਤੀ 'ਚ ਆ ਛੱਡ ਕੇ ਆ ਸ਼ਹਿਰ ਗਏ ਸੀ। ਉਦੋਂ ਤੁਹਾਡੇ ਸਾਹਮਣੇ ਆਇਆ ਸੀ ਸਾਡੇ ਪ੍ਰਵਾਸੀ ਜਿਹੜਾ ਇਕਨੋਮੀ ਦੇ ਬੈਕਬੋਨ ਦੇ ਬੜਾ ਵੱਡਾ ਮਦਦਗਾਰ ਰਹੇ ਆ। ਇਹਨਾਂ ਹਾਲਾਤਾਂ 'ਚ ਅੱਜ ਲਾਅ ਐਂਡ ਆਰਡਰ ਜ਼ੀਰੋ ਔਰ ਪੰਜਾਬ 'ਚ ਇੰਡਸਟਰੀਅਲ ਗਰੋਥ ਜ਼ੀਰੋ, ਕੋਈ ਨਿਵੇਸ਼ ਹੀ ਨਹੀਂ ਕਰਨਾ ਚਾਹ ਰਿਹਾ। ਅੱਜ ਪੰਜਾਬ ਦੇ ਬੁਰੇ ਹਾਲ ਕਰਤੇ ਆ। ਇਹ ਅਸਲੀ ਹਾਲਾਤ ਨੇ ਪੰਜਾਬ ਦੇ, ਜਿਹੜੇ ਮੈਂ ਸਮਝਦਾ ਬੜੇ ਚਿੰਤਾਜਨਕ ਨੇ ਔਰ ਆਉਣ ਵਾਲੇ ਸਮੇਂ 'ਚ ਕਿਸੇ ਸਰਕਾਰ ਲਈ ਵੀ ਜਿਹੜੀ ਵੀ ਬਣੂਗੀ ਉਹਦੇ ਲਈ ਬੜੇ ਚੈਲੰਜਿੰਗ ਰਹਿਣਗੇ। ਮਜੀਠੀ ਜੀ, ਤੁਸੀਂ ਹੁਣੇ ਕਿਹਾ ਕਿ ਇਹ ਲਾਕਡਾਊਨ ਹੈ ਜਿਹੜਾ 9 ਵਜੇ ਤੋਂ ਬਾਅਦ ਨਜ਼ਰ ਨਹੀਂ ਆਉਂਦਾ। ਜੇ ਇੰਡਸਟਰੀ ਏਰੀਆ ਰਾਤ ਨੂੰ ਜਿਹੜੇ ਵਰਕਰ ਨੇ ਕੰਮ ਕਰਦੇ ਨੇ, ਰਾਤ ਨੂੰ ਜ਼ਰੂਰਤ ਹੁੰਦੀ ਹੈ ਫੈਕਟਰੀ ਏਰੀਆ ਦੇ ਵਿੱਚ, ਲੁਧਿਆਣਾ ਦੇ ਵਿੱਚ, ਜੇ ਲਾਕਡਾਊਨ ਲੱਗੇਗਾ ਤਾਂ ਵਰਕਰ ਕਿੱਥੋਂ ਕੰਮ ਕਰਨਗੇ ਸਰ? ਉਸ ਦੇ ਬਾਰੇ ਕੀ ਕਹੋਗੇ ਤੁਸੀਂ? ਮੈਂ ਉਹੀ ਬੇਨਤੀ ਕਰ ਰਿਹਾ ਨਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ 2.5 ਸਾਲ ਹੋ ਗਏ ਆਪਦੇ ਦਫ਼ਤਰ ਗਿਆ। ਜਿਸ ਮੁੱਖ ਮੰਤਰੀ ਨੂੰ ਪੰਜਾਬ ਦੇ ਕੈਪਟਨ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਅਸਲੀ ਹਾਲਾਤ ਨਹੀਂ ਪਤਾ, ਹਾਊ ਇਜ਼ ਅ ਲਾਕਡਾਊਨ ਪੋਸੀਬਲ? ਇੰਡਸਟਰੀ ਤੁਹਾਡੀ ਚੱਲ ਰਹੀ ਆ, ਕੱਲਾ ਫਾਰਮ ਹਾਊਸ 'ਚੋਂ ਇੱਕ ਆਰਡਰ ਫਰਮਾਨ ਕੱਢ ਦੇਣਾ, ਉਹਦੇ ਨਾਲ ਤਾਂ ਕੋਈ ਅਸਰ ਗਰਾਊਂਡ 'ਚ ਨਹੀਂ ਪੈਣਾ। ਦੂਜੀ ਗੱਲ, ਲਾਕਡਾਊਨ ਤੁਸੀਂ ਕਹਿ ਦਿੰਦੇ ਹੋ, ਜੋ ਇਕਨੋਮਿਕ ਸੱਟ ਲੱਗੀ ਆ, ਜਿਹੜਾ ਗਰੀਬ ਹੈ ਜਿਹਦੇ ਘਰ 2 ਵਕਤ ਦੀ ਰੋਟੀ ਨਹੀਂ ਮਿਲ ਰਹੀ, ਜਿਹਨੂੰ ਜਾਏ ਨੌਕਰੀ ਕਰੂਗਾ ਤੇ ਉਹਨੂੰ ਤਨਖਾਹ ਮਿਲੂਗੀ, ਜਿਹਨੂੰ ਪਹਿਲਾਂ ਵੀ ਸਾਲ ਪਰ ਤਨਖਾਹ ਦੀ ਮਾਰ ਪਈ, ਉਹਦੇ ਲਈ ਕੀ ਪੈਕੇਜ ਦਿੱਤਾ? ਪੈਕੇਜ ਜ਼ੀਰੋ। ਇਲੈਕਟ੍ਰਿਸਿਟੀ ਦੇ ਰੇਟ ਵਧਾਤੇ, ਡੀਜ਼ਲ ਪੈਟਰੋਲ ਤੇ ਵੈਟ ਕਲੈਕਸ਼ਨ ਵਧਾਤੀ। ਹਰ ਜਗ੍ਹਾ ਜਿੱਥੋਂ ਸਰਕਾਰ ਕਮਾਈ ਕਰ ਸਕਦੀ ਸੀ ਲਾਕਡਾਊਨ ਵੇਲੇ ਵੀ ਆ ਚਲਾਨ ਕੱਟੀ ਜਾਂਦੇ ਆ ਪੁਲਿਸ ਵਾਲੇ, ਮਗਰ ਰਾਹਤ ਕੋਈ ਨਹੀਂ ਦਿੱਤੀ। ਇਹੀ ਮੈਂ ਤਦੇ ਬਾਰ-ਬਾਰ ਕਹਿ ਰਿਹਾ ਕਿ ਇਹ ਲੋਕਾਂ ਦੀ ਸਰਕਾਰ ਨਹੀਂ, ਇਹ ਧੱਕੇਸ਼ਾਹੀ ਦੀ ਸਰਕਾਰ ਹੈ। ਇਹ ਬਗੈਰ ਸੋਚੇ ਸਮਝਣ ਵਾਲੀ ਚੱਲਣ ਵਾਲੀ ਸਰਕਾਰ ਹੈ, ਜਿਹਦੇ ਕਰਕੇ ਲੋਕ ਤੇ ਸਰਕਾਰਾਂ ਦਾ ਗੈਪ ਵੱਧਦਾ ਹੀ ਤੁਰਿਆ ਜਾ ਰਿਹਾ ਹੈ। ਕੋਈ ਡਿਸਕਨੈਕਟ ਹੈ ਟੋਟਲ। ਮਜੀਠੀਆ ਸਾਹਿਬ, ਪਿਊਸ਼ ਗੋਇਲ ਨੇ ਇੱਕ ਚਿੱਠੀ ਲਿਖੀ ਹੈ ਸੂਬਾ ਸਰਕਾਰ ਨੂੰ ਕਿ ਜਿਹੜਾ ਕਿਸਾਨਾਂ ਦੀ ਕਣਕ ਦੀ ਅਦਾਇਗੀ ਹੈ ਉਹ ਸਿੱਧੀ ਕਿਸਾਨਾਂ ਦੇ ਖਾਤੇ ਜਾਊਗੀ, ਆੜ੍ਹਤੀਆਂ ਦੇ ਖਾਤੇ ਨਹੀਂ ਜਾਊਗੀ। ਅਕਾਲੀ ਦਲ ਕਿਵੇਂ ਦੇਖਦਾ? ਦੇਖੋ, ਸ਼੍ਰੋਮਣੀ ਅਕਾਲੀ ਦਲ ਇਸ ਫੈਸਲੇ ਦੇ ਵਿਰੋਧ 'ਚ ਹੈ ਔਰ ਇਹ ਪਹਿਲਾਂ ਵੀ ਹੋਇਆ। ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਮੈਨੂੰ ਯਾਦ ਹੈ, ਦਿੱਲੀ 'ਚ ਉਹਨਾਂ ਦੀ ਕੇਂਦਰ ਦੀ ਸਰਕਾਰ ਸੀ, ਪੰਜਾਬ 'ਚ ਬਾਦਲ ਸਾਹਿਬ ਦੀ ਸਰਕਾਰ ਸੀ। ਉਦੋਂ ਵੀ ਇੱਕ ਵਾਰੀ ਕਾਂਗਰਸ ਨੇ ਧੱਕੇ ਨਾਲ ਇਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਜਿਹੜਾ ਹੈ, ਇਹ ਪਹਿਲਾਂ ਦਾ ਹੀ ਸਕੀਮ ਚੱਲ ਰਹੀ ਆ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ। ਬੀਜੇਪੀ ਨੇ ਇਸ ਗੱਲ ਨੂੰ ਹੋਰ ਤੇਜ਼ੀ ਨਾਲ ਲਾਗੂ ਕਰਨ ਦਾ ਕਰ ਰਹੇ ਆ। ਉਸ ਵੇਲੇ ਵੀ ਕੈਬਨਿਟ ਦੇ ਅੰਦਰ ਵੀ ਔਰ ਪੰਜਾਬ ਵਿਧਾਨ ਸਭਾ 'ਚ ਵੀ ਬਾਦਲ ਸਾਹਿਬ ਨੇ ਫੈਸਲਾ ਕੀਤਾ ਕਿ ਫਸਲ ਦਾ ਅਸਲੀ ਮਾਲਕ ਕੌਣ? ਕਿਸਾਨ, ਖੇਤ ਮਜ਼ਦੂਰ। ਇਹ ਉਹਦੀ ਮਰਜ਼ੀ ਆ ਕਿ ਉਹਨੇ ਪੈਸੇ ਡਾਇਰੈਕਟਲੀ ਲੈਣੇ ਆ ਕਿ ਆੜ੍ਹਤੀਏ ਦੇ ਥਰੂ ਲੈਣੇ ਆ। ਅਸੀਂ ਨਹੀਂ ਇਹ ਗੱਲ ਨੂੰ ਫੋਰਸ ਕਰ ਸਕਦੇ ਕਿਉਂਕਿ ਉਹ ਮਾਲਕ ਹੈ ਇਸ ਫਸਲ ਦਾ। ਔਰ ਉਸ ਵੇਲੇ ਅਖੀਰ 'ਚ ਡਾਕਟਰ ਮਨਮੋਹਨ ਸਿੰਘ ਨੂੰ ਮਨਾ ਕੇ ਉਹਨਾਂ ਨੂੰ ਆਪ ਦਾ ਉਹ ਫੈਸਲਾ ਵਾਪਸ ਕਰਾਇਆ ਔਰ ਉਹ ਫੇਰ ਸਕੀਮ ਉਹੀ ਚੱਲਦੀ ਰਹੀ, ਜਿਹਦੇ ਨਾਲ APMC ਮੰਡੀਆਂ ਐਕਟ ਲਾਗੂ ਰਿਹਾ ਤੇ ਮੰਡੀਆਂ ਬਚੀ ਰਹੀਆਂ। ਅੱਜ ਫੇਰ ਕੀ ਹੋ ਰਿਹਾ? ਅੱਜ ਉਹੀ ਕੁਝ ਫੇਰ ਕੇਂਦਰ ਦੀ ਸਰਕਾਰ ਲਾਗੂ ਕਰ ਰਹੀ ਹੈ, ਮਗਰ ਕੈਪਟਨ ਅਮਰਿੰਦਰ ਸਿੰਘ ਦੀ ਇਹਦੇ 'ਚ ਮਿਲੀ ਭੁਗਤ ਸਾਹਮਣੇ ਨਜ਼ਰ ਆ ਰਹੀ ਹੈ। ਕੈਪਟਨ ਸਾਹਿਬ ਦਿੱਲੀ ਕਦੋਂ ਗਏ ਜੀ ਮਿਲਾਉਣ ਵਾਸਤੇ? ਸਾਡੇ ਵੇਲੇ ਵੀ ਕਾਂਗਰਸ ਦੀ ਸਰਕਾਰ ਸੀ, ਅਸੀਂ ਆਪੋਜੀਸ਼ਨ ਪਾਰਟੀ 'ਚ ਸਾਂ, ਮਗਰ ਬਾਦਲ ਸਾਹਿਬ ਨੇ ਆਪਣੇ ਗੁੱਡ ਆਫਿਸਿਸ ਵਰਤ ਕੇ ਇੱਕ ਵਾਰੀ ਨਹੀਂ 10-15 ਵਾਰੀ ਦਿੱਲੀ ਜਾ ਕੇ ਅਖੀਰ 'ਚ ਡਾਕਟਰ ਮਨਮੋਹਨ ਸਿੰਘ ਜੀ ਨੂੰ ਮਨਾਇਆ ਇਸ ਗੱਲ ਤੇ। ਅੱਜ ਕੈਪਟਨ ਅਮਰਿੰਦਰ ਸਿੰਘ ਤਾਂ ਫਾਰਮ ਹਾਊਸ ਤੋਂ ਹੀ ਨਹੀਂ ਨਿਕਲ ਰਹੇ, ਕਿਸਾਨ ਆਪੇ ਭੁਗਤੀ ਜਾਣ। ਅੰਦਰ ਕਿਉਂ ਨਹੀਂ ਨਿਕਲ ਰਹੇ? ਇਹਦਾ ਕਾਰਨ ਇਹ ਹੈ ਕਿ ਅੰਦਰ ਮਿਲੀ ਭੁਗਤ ਹੈ, ਗੱਠਜੋੜ ਹੈ, ਡਬਲ ਇੰਜਨ ਸਰਕਾਰ ਚੱਲ ਰਹੀ ਹੈ। ਜਿਵੇਂ ਭਾਜਪਾ ਕਹਿੰਦੀ ਹੈ ਨਾ ਡਬਲ ਇੰਜਨ ਸਰਕਾਰ 'ਚ, ਕੇਂਦਰ 'ਚ ਵੀ ਸਾਡੀ ਤੇ ਸੂਬੇ 'ਚ ਵੀ ਸਾਡੀ, ਮੱਧ ਪ੍ਰਦੇਸ਼ ਜਾ ਕੇ ਕਹਿੰਦੇ ਆ, ਇੱਥੇ ਵੀ ਕਪਤਾਨ ਉਹਨਾਂ ਦਾ ਹੀ ਹੈ। ਡਬਲ ਇੰਜਨ ਸਰਕਾਰ ਹੈ, ਲੋਕਾਂ ਨੂੰ ਕਹਿਣ ਨੂੰ ਮੂਰਖ ਬਣਾਉਂਦੇ ਆ। ਅਸਲ 'ਚ ਜੋ ਫੈਸਲੇ ਮੋਦੀ ਸਾਹਿਬ ਦੇ ਉਹਨੂੰ ਲਾਗੂ ਕਪਤਾਨ ਸਾਹਿਬ ਕਰ ਰਹੇ ਆ, ਹੋਰ ਕੁਝ ਨਹੀਂ। ਭਗਵੰਤ ਮਾਨ ਸਾਹਿਬ ਔਰ ਨੁਕਸਾਨ ਸਰਕਾਰ ਆ ਜਾਏ ਕਿ ਬਿਜਲੀ ਮੁਫਤ ਕਰ ਦਾਂਗੇ। ਹਾਂਜੀ, ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਸਾਡੀ ਸਰਕਾਰ ਆ ਜਾਏ ਪੰਜਾਬ 'ਚ ਬਿਜਲੀ ਮੁਫਤ ਕਰ ਦਾਂਗੇ। ਪਤਾ ਨਹੀਂ ਜੀ, ਹੁਣ ਜਦੋਂ ਉਹਨਾਂ ਨੇ ਇਹ ਗੱਲ ਆਖੀ ਕਿ ਤੁਸੀਂ ਦੇਖਿਆ ਸੀਗਾ ਉਹ ਲਾ ਕੇ
ਬ੍ਰੈਥ ਐਨਾਲਾਈਜ਼ਰ ਜਿਵੇਂ ਰਾਤ ਟ੍ਰੈਫਿਕ ਪੁਲਿਸ ਚੈੱਕ ਕਰ ਲੈਂਦੀ ਹੁੰਦੀ ਹੈ ਨਾ, ਫਿਰ ਦੱਸਦੀ ਹੈ ਕਿ ਬੰਦਾ ਠੀਕ ਹੈ ਕਿ ਨਹੀਂ ਠੀਕ। ਅਬੋਰ ਵਾਲਾ ਕਾਂਡ ਵਾਪਰਿਆ ਵਾਲਾ ਬਹੁਤ ਸ਼ਰਮਨਾਕ ਕਾਂਡ ਆ। ਇੱਕ ਐਮਐਲਏ ਦੇ ਨਾਲ ਐਡਾ ਵੱਡਾ ਐਕਸੀਡੈਂਟ ਹੋ ਜਾਣਾ ਤੇ ਤੁਸੀਂ ਉਹਨਾਂ ਨੂੰ ਮਤਲਬ ਤੁਹਾਡੀ ਪਾਰਟੀ ਵੱਲੋਂ ਤੁਸੀਂ ਮਤਲਬ ਕੀ ਆਖਰ? ਦੇਖੋ ਜੀ, ਇੱਕ ਗੱਲ ਇਕੱਲੇ ਐਮਐਲਏ ਦੀ ਨਹੀਂ, ਉਹਦੇ 'ਚ ਹਰ ਨਾਗਰਿਕ ਵਾਸਤੇ, ਹਰ ਨਾਗਰਿਕ ਦੀ ਸੁਰੱਖਿਆ, ਉਹਨੂੰ ਸਿਕਿਉਰਿਟੀ ਦੇਣੀ ਸੂਬਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ। ਔਰ ਇੱਕ ਗੱਲ ਤਾਂ ਸਪਸ਼ਟ ਹੈ ਕਿ ਇਸ ਜ਼ਿੰਮੇਵਾਰੀ 'ਚ ਸੂਬਾ ਸਰਕਾਰ ਫੇਲ ਹੈ। ਜਿਸ ਜਗ੍ਹਾ 'ਚ ਪੀਸ ਨਹੀਂ, ਸਿਕਿਉਰਿਟੀ ਨਹੀਂ, ਉਹ ਸੂਬੇ 'ਚ ਕਦੇ ਵੀ ਪ੍ਰੋਸਪੈਰਿਟੀ ਨਹੀਂ ਆ ਸਕਦੀ, ਤਰੱਕੀ ਨਹੀਂ ਆ ਸਕਦੀ, ਡਿਵੈਲਪਮੈਂਟ ਨਹੀਂ ਹੋ ਸਕਦੀ। ਜੋ ਕੁਛ ਮਲੋਟ 'ਚ ਵਾਪਰਿਆ ਉਸ ਨੂੰ ਕੋਈ ਵੀ ਇਨਸਾਫ ਪਸੰਦ ਇਨਸਾਨ ਠੀਕ ਨਹੀਂ ਕਹਿ ਸਕਦਾ। ਹਾਂ, ਲੋਕਤੰਤਰ 'ਚ ਆਪਣੀ ਗੱਲ ਰੱਖਣ ਦਾ ਹੱਕ ਹਰੇਕ ਨੂੰ ਹੈ, ਪੀਸਫੁਲ ਤਰੀਕੇ ਨਾਲ ਹੈ। ਵਾਇਲੈਂਸ ਦੇ ਨਾਲ ਇਹ ਸਾਰੇ ਸੰਘਰਸ਼ ਨੂੰ ਢਾਹ ਲੱਗਣੀ ਹੈ, ਮਗਰ ਇਹਦੇ 'ਚ ਦੋ ਪੱਖ ਨੇ ਬੜੇ ਧਿਆਨ ਨਾਲ ਵਿਚਾਰਨ ਵਾਲੇ। ਇੱਕ ਗੱਲ ਭਾਜਪਾ ਨੂੰ ਵੀ ਇਹ ਗੱਲ ਧਿਆਨ 'ਚ ਰੱਖਣੀ ਚਾਹੀਦੀ ਕਿ ਸਾਡਾ ਜੇ ਐਡਾ ਵੱਡਾ ਵਿਰੋਧ ਹੋ ਰਿਹਾ, ਅਸੀਂ ਧੱਕੇ ਨਾਲ ਜਾ ਕੇ ਮਾਹੌਲ ਕਿਉਂ ਖਰਾਬ ਕਰ ਰਹੇ। ਦੂਜੇ ਪਾਸੇ ਜਿਹੜਾ ਵਿਰੋਧ 'ਚ ਨੇ ਉਹਨਾਂ ਦੀ ਆਪਣੀਆਂ ਮੰਗਾਂ ਬੜੀ ਜਾਇਜ਼ ਨੇ, ਮਗਰ ਉਹਨਾਂ ਨੂੰ ਵੀ ਸੰਯਮ ਵਰਤਣਾ ਪੈਣਾ। ਰੌਲਾ ਇੱਥੇ ਕੀ ਪਿਆ? ਜਿਹੜੀ ਪੰਜਾਬ ਪੁਲਿਸ ਹੈ, ਜਿਹਨੂੰ ਪਤਾ ਹੈ ਕੋਈ ਇਹ ਸਡਨਲੀ ਵਾਪਰਿਆ ਮਸਲਾ ਨਹੀਂ ਹੈ, ਇਹ ਤਾਂ ਸਭ ਨੂੰ ਪਤਾ ਹੈ ਜੀ। ਜਿੱਥੇ ਭਾਜਪਾ ਦਾ ਪ੍ਰੋਗਰਾਮ ਉੱਥੇ ਵਿਰੋਧ ਹੋ ਰਿਹਾ। ਵਾਈ ਵਾਜ਼ ਦਾ ਐਡਮਿਨਿਸਟ੍ਰੇਸ਼ਨ ਸਲੀਪਿੰਗ? ਪੁਲਿਸ ਕਿਉਂ ਸੁੱਤੀ ਪਈ ਸੀ? ਔਰ ਕੈਪਟਨ ਅਮਰਿੰਦਰ ਸਿੰਘ ਜੇ ਪੰਜਾਬ ਦੇ ਹਾਲਾਤ ਉਹਨਾਂ ਦੇ ਕੰਟਰੋਲ ਤੋਂ ਬਾਹਰ ਨੇ, ਉਹ ਫੇਲ ਹੋ ਗਏ ਆ, ਸਭ ਤੋਂ ਪਹਿਲਾ ਐਕਸ਼ਨ ਉਹਨਾਂ ਨੂੰ ਲੈਣਾ ਚਾਹੀਦਾ ਸੀ ਆਪਦੇ ਪੁਲਿਸ ਦੇ ਖਿਲਾਫ ਕਿ ਇਹ ਜਿਹੇ ਹਾਲਾਤ ਹੀ ਕਿਉਂ ਬਣਨ ਦਿੱਤੇ। ਵੇਖੋ, ਆਰੰਗ ਨਾਰੰਗ ਜੀ ਨਾਲ ਕੀ ਕਿਸੇ ਨਾਲ ਵੀ ਇਹ ਹੋਵੇ, ਸਭ ਧੀਆਂ ਭੈਣਾਂ ਵਾਲੇ ਹੋ, ਸਾਰਿਆਂ ਦੇ ਘਰ 'ਚ ਬੱਚੇ ਆ, ਕੋਈ ਵੀ ਆਪਦੇ ਪਰਿਵਾਰ ਦੇ ਜੀ ਨੂੰ ਇਸ ਹਾਲਾਤ 'ਚ ਵੇਖੂਗਾ, ਉਹਨੂੰ ਡਰ ਆਊਗਾ ਕਿ ਮੇਰੇ ਪੰਜਾਬ ਦਾ ਕੀ ਬਣ ਰਿਹਾ। ਇਸ ਲਈ ਮੈਂ ਤਾਂ ਸਿੱਧੇ ਤੌਰ ਤੇ ਜੇ ਇਸ 'ਚ ਸਭ ਤੋਂ ਪਹਿਲਾਂ ਜ਼ਿੰਮੇਵਾਰ ਮੰਨਦਾ ਤੇ ਲਾਅ ਐਂਡ ਆਰਡਰ ਦੇ ਫੇਲੀਅਰ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਤੇ ਉਹਨਾਂ ਦੀ ਪੁਲਿਸ ਪ੍ਰਸ਼ਾਸਨ ਨੂੰ ਮੰਨਦਾ। ਡੀਜੀਪੀ ਪੰਜਾਬ ਨੂੰ ਸਮਝਦਾ। ਦੇ ਬੋਥ ਨੀਡ ਟੂ ਬੀ ਸਸਪੈਂਡਡ। ਡੀਜੀਪੀ ਪੰਜਾਬ ਆਲਸੋ, ਕਿਉਂਕਿ ਔਰ ਨਾਲ ਹੀ ਉੱਥੋਂ ਦੇ ਜ਼ਿਲ੍ਹਾ ਦੇਖੋ ਇਹ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਪਾ ਰਹੇ ਆਪਦੇ ਪੰਜਾਬ ਦੇ ਲੋਕਾਂ ਨੂੰ। ਔਰ ਪੰਜਾਬ 'ਚ ਜੇ ਮਾਹੌਲ ਖਰਾਬ ਹੋਊਗਾ ਤੇ ਸਾਰੀ ਇਕਨੋਮਿਕ ਗਰੋਥ ਖਤਮ ਹੋਊਗੀ। ਪੰਜਾਬ 'ਚ ਫਿਰ ਕਿਹਨੇ ਨਿਵੇਸ਼ ਕਰਨਾ? ਪੰਜਾਬ ਦੀ ਇੱਕ ਇਹੋ ਜਿਹੀ ਤਸਵੀਰ ਕਿਉਂ ਬਾਹਰ ਜਾ ਰਹੀ ਹੈ? ਮੇਰਾ ਤੁਹਾਡੇ ਨਾਲ ਮਤਭੇਦ ਹੈ, ਤੁਹਾਡੀ ਮੇਰੇ ਨਾਲ ਮਤਭੇਦ ਹੈ। ਦੋਵਾਂ ਧਿਰਾਂ ਦੇ ਬਾਰੇ ਪਤਾ ਹੀ ਹੈ ਕਿ ਕਿਸਾਨ ਉਹਨਾਂ ਦੇ ਵਿਰੋਧ 'ਚ ਨੇ। ਔਰ ਭਾਜਪਾ ਨੂੰ ਵੀ ਸੋਚਣਾ ਪੈਣਾ ਕਿ ਅਸੀਂ ਇਹ ਜਿਹੇ ਹਾਲਾਤ ਕਿਉਂ ਬਣਾ ਰਹੇ ਹਾਂ। ਔਰ ਜਿਹੜੇ ਲੋਕ ਇਸ ਹਾਲਾਤ 'ਚ ਇਹਦੇ ਫਾਇਦਾ ਉਠਾਉਣਾ ਚਾਹੁੰਦੇ ਹੋ, ਕਿੱਥੇ ਕਿਸਾਨੀ ਦੇ ਹਮਦਰਦ ਨਹੀਂ। ਵਾਇਲੈਂਸ ਦੇ ਨਾਲ ਤਾਂ ਤੁਸੀਂ ਵੇਖਿਆ ਕਿ ਸਾਰੇ ਵੱਡੇ ਤੋਂ ਵੱਡੇ ਅੰਦੋਲਨ ਫੇਲ ਹੋ ਗਏ। ਵਾਇਲੈਂਸ ਇਜ਼ ਨਾਟ ਦ ਸੋਲੂਸ਼ਨ। ਮਗਰ ਮੈਂ ਫੇਰ ਆ ਜਾ ਜਿੱਥੇ ਭਾਜਪਾ ਵਿਲ ਹੈਵ ਟੂ ਚਿੰਤਨ ਕਰਨਾ ਪੈਣਾ ਕਿ ਅਸੀਂ ਕਿਉਂ ਇਹ ਜਿਹਾ ਮਾਹੌਲ ਬਣਨ ਦੇ ਰਹੇ ਹਾਂ। ਉੱਥੇ ਪੁਲਿਸ ਪ੍ਰਸ਼ਾਸਨ ਦੇ ਫੇਲੀਅਰ ਤੇ ਬੜੀ ਵੱਡੀ ਸਵਾਲਿਆ ਚਿੰਨ੍ਹ ਹੈ। ਔਰ ਦੂਜੀ ਗੱਲ, ਉਹਨਾਂ ਬੰਦਿਆਂ ਤੇ ਜਿਹੜਾ ਅਟੈਂਪਟ ਟੂ ਮਰਡਰ ਲਾਤੀ ਹੈ, ਮੈਂ ਉਹਦੇ ਨਾਲ ਵੀ ਨਹੀਂ ਸਹਿਮਤ। ਹਾਂ, ਜੋ ਉੱਥੇ ਹੋਇਆ ਮੈਂ ਉਹਦੇ ਨਾਲ ਵੀ ਨਹੀਂ ਸਹਿਮਤ, ਮਗਰ ਅਟੈਂਪਟ ਟੂ ਮਰਡਰ ਲੱਗ ਜਾਣਾ ਉਹਦੇ ਨਾਲ ਵੀ ਨਹੀਂ ਮੈਂ ਸਹਿਮਤ, ਕਿਉਂਕਿ ਇਹ ਵੀ ਫਿਰ ਅਬਿਊਜ਼ ਆਫ ਪਾਵਰ ਹੈ, ਇਹ ਵੀ ਧੱਕੇਸ਼ਾਹੀ ਹੈ। ਜੋ ਹੋਇਆ ਉਹ ਵੀ ਬੜਾ ਨਿੰਦਣਯੋਗ ਹੈ। ਔਰ ਮੈਂ ਆਰੰਗ ਨਾਰੰਗ ਜੀ ਨੂੰ, ਠੀਕ ਹੈ ਪਾਰਟੀ ਪੱਧਰ ਤੇ ਗੱਲ ਵੱਖਰੀ ਹੈ, ਮੈਂ ਬਿਕੋਜ਼ ਬੀਇੰਗ ਐਨ ਐਮਐਲਏ ਮੈਂ ਉਹਨਾਂ ਨੂੰ ਪਰਸਨਲੀ ਜਾਣਦਾ। ਉਹ ਤਾਂ ਬੜੇ ਸ਼ਾਂਤ ਸੁਭਾਅ ਦਾ ਬੰਦਾ ਆ। ਮੈਨੂੰ ਲੱਗਦਾ ਪੋਤਰੇ ਪੋਤਰੀਆਂ ਦੋਤੇ ਦੋਤੀਆਂ ਵਾਲਾ ਬੰਦਾ ਹੈ ਤੇ ਸੁਭਾਵਿਕ ਹੈ ਇਹ ਜੀ ਤਸਵੀਰ ਜਦ ਉਹਦੇ ਘਰ ਤੱਕ ਪਹੁੰਚੂਗੀ, ਉਹਦੇ ਪਿਆਰ ਵਾਲਿਆਂ ਤੱਕ ਪਹੁੰਚੂਗੀ, ਕੀ ਪੰਜਾਬ ਦਾ ਮੈਸੇਜ ਜਾਊਗਾ ਬਾਹਰ। ਤੇ ਮਜੀਠੀਆ ਦਾ ਵੀ ਇੱਕ ਚੀਜ਼ ਹੋਰ ਹੈ, ਅੱਜ ਦੀ ਡੇਟ 'ਚ ਯੂਥ ਅਕਾਲੀ ਦਲ ਲੁਧਿਆਣੇ ਦਾ 2 ਫਾੜ ਹੋਇਆ ਪਿਆ ਜੀ। ਕਿਉਂਕਿ ਤੁਸੀਂ ਸੰਨ 2016 'ਚ 3 ਪ੍ਰਧਾਨ ਲਾਏ ਸੀ, ਉਸ ਤੋਂ ਬਾਅਦ 2019 'ਚ 2 ਕਰਤੇ, 2000 ਕਰਤੇ 21 ਦੇ ਵਿੱਚ 1। ਬਟ ਕੱਲ ਇੱਕ ਮੀਟਿੰਗ ਹੋਈ ਗਿੱਲ ਚੌਂਕ ਦੇ ਵਿੱਚ, ਕੁਲਾਰ ਸਾਹਿਬ ਦੇ ਬੈਠਕ ਦੇ ਵਿੱਚ, ਉੱਥੇ ਯੂਥ ਦੇ ਪ੍ਰਧਾਨਗੀ ਦੀ ਗੈਰ ਹਾਜ਼ਰੀ ਸੀ। ਉਹਨੂੰ ਕਿਹੜੇ ਨਜ਼ਰ ਨਾਲ ਦੇਖਿਆ ਜਾ ਰਿਹਾ? 88 ਹਲਕਿਆਂ ਦੀ ਚਰਚਾ ਹੈ ਕਿ ਆਪਸ ਦੇ ਵਿੱਚ ਯੂਥ ਅਕਾਲੀ ਦਲ 2 ਫਾੜ ਹੋਇਆ ਪਿਆ। ਕੀ ਇਸ ਦੇ ਵਿੱਚ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ?
ਸੱਚਾਈ ਤਾਂ ਕੋਈ ਨਹੀਂ, ਮਗਰ ਜੇ ਤੁਸੀਂ ਛਾਪੀ ਜਾਓਗੇ ਤਾਂ ਭਾਵੇਂ ਕੋਈ ਸੱਚਾਈ ਨਿਕਲ ਆ। ਦੂਜੇ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣਾਵ ਜਿਹੜੇ ਆ ਉਹ ਮਨਾ ਕਰ ਦਿੱਤਾ ਗਿਆ ਕਿ ਅਕਾਲੀ ਦਲ ਨਹੀਂ ਲੜ ਸਕਦਾ ਕਿ ਉਹ ਪੋਲੀਟੀਕਲ ਪਾਰਟੀ ਹੈ ਜੀ। ਦੇਖੋ ਇੱਕ ਗੱਲ ਤਾਂ ਮੈਨੂੰ ਤਸੱਲੀ ਵੀ ਹੈ ਇੱਕ ਗੱਲ ਦੀ ਕਿ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ 'ਚ ਸ਼੍ਰੋਮਣੀ ਅਕਾਲੀ ਦਲ ਮਨਜਿੰਦਰ ਸਿੰਘ ਸਰਸੇ ਦੇ ਵਿਰੋਧ 'ਚ ਖਲੋਤੇ ਨੇ, ਉਹਨਾਂ ਦੇ ਹਾਲਾਤ ਕਿੰਨੇ ਪਤਲੇ ਹੋ ਗਏ ਆ। ਘਬਰਾਹਟ ਵੇਖੋ ਉਹਨਾਂ ਦੇ ਚਿਹਰੇ ਤੇ ਕਿੰਨੀ ਝਲਕ ਰਹੀ ਆ। ਕਾਂਗਰਸ ਪਾਰਟੀ, ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਔਰ ਭਾਜਪਾ ਆਪ ਦੇ ਜਿਹੜੇ ਇਹਨਾਂ ਨੇ ਏਜੰਟ ਛੱਡੇ ਉਹਨਾਂ ਨਾਲ ਰਲ ਕੇ, ਏਜੰਟ ਇੱਕੋ ਹੀ ਆ ਜਿਹੜਾ ਤੁਹਾਡੇ ਪਹਿਲਾਂ ਲੁਧਿਆਣੇ ਨੂੰ ਵੀ ਠੱਗ ਠੁੱਗ ਕੇ ਗਿਆ, ਲੋਕਾਂ ਨੇ ਮਾਣ ਕਰ ਲਿਆ, ਮੁੜ ਕੇ ਛੱਡ ਕੇ ਭੱਜ ਗਿਆ। ਮੈਂ ਉਸ ਗੱਲ ਦਾ ਠੱਗ ਕਹਿਣਾ, ਨਾਮ ਕੀ ਹੈ ਜੀ? ਪਤਾ ਹੀ ਆ ਤੁਹਾਡੇ ਦਾ ਨੇੜੇ ਤੇ ਪਤਾ ਹੀ ਤੁਹਾਨੂੰ ਜੀ। ਤੁਹਾਨੂੰ ਮੁੱਲਾਪੁਰੀ ਜੀ ਕਿਹੜੀ ਗੱਲ ਹੈ ਜੀ ਨਹੀਂ ਪਤਾ ਤੁਹਾਨੂੰ? ਹਲਕੇ ਦਾ ਐਮਐਲਏ ਤੁਹਾਨੂੰ ਪਤਾ ਹੈ, ਤੁਸੀਂ ਵੀ ਬੜਾ ਪਿਆਰ ਕੀਤਾ, ਤੁਹਾਨੂੰ ਵੀ ਠੱਗ ਕੇ ਗਿਆ ਉਹ। ਮੈਂ ਤੁਸੀਂ ਆਪ ਠੱਗੇ ਠੱਗੇ ਮਹਿਸੂਸ ਕਰਦੇ ਹੋ, ਇਸ ਲਈ ਨਾ ਆਪੇ ਦੱਸੋ। ਉਹੋ ਜਿਹਾ ਬੰਦਾ ਅੱਜ ਜਾ ਕੇ ਮਤਲਬ ਉਹਨੇ ਉਹ ਕੇਸ ਕੀਤਾ, ਕਿਹਦੇ ਇਸ਼ਾਰੇ? ਉਹਨੂੰ ਪਦਮਾ ਵਿਭੂਸ਼ਣ ਕਿਹਨੇ ਦਿੱਤਾ? ਮੋਦੀ ਸਾਹਿਬ ਦਾ ਚੇਤਾ ਹੋਇਆ ਵੱਡਾ, ਨਾ ਵਾਪਸ ਕੀਤਾ, ਔਰ ਅੱਜ ਉਹਨਾਂ ਦੇ ਇਸ਼ਾਰੇ ਤੇ ਕੇਸ ਕਰਦਾ। ਔਰ ਇਸ ਕੇਸ ਦੇ ਵਿੱਚ ਭਾਵੇਂ ਉਹ ਸਰਨਾ ਸਾਹਿਬ ਹੈ, ਭਾਵੇਂ ਉਹ ਜੀਕੇ ਸਾਹਿਬ ਹੈ, ਭਾਵੇਂ ਉਹ ਹੋਰ ਜਿਹੜੇ ਨੇ, ਸਭ ਇਕੱਠੇ ਹੋ ਗਏ ਕਿ ਕੇਵਲ ਤੇ ਕੇਵਲ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੂੰ, ਮਨਜਿੰਦਰ ਸਿੰਘ ਸਰਸਾ ਨੂੰ, ਸਾਡੇ ਹਰਮੀਤ ਕਾਲਕਾ ਐਂਡ ਸਾਰੀ ਟੀਮ ਨੂੰ ਕਾਰਨਰ ਕੀਤਾ ਜਾਵੇ। ਕਿਉਂ? ਕਿਉਂਕਿ ਉਹਨਾਂ ਦਾ ਗੁਨਾਹ ਇਹ ਰਿਹਾ ਹੈ ਕਿ ਉਹ ਕੇਂਦਰ ਦੀ ਸਰਕਾਰ ਨਾਲ ਜਾਂ ਆਪ ਦੀ ਸਰਕਾਰ ਨਾਲ ਰਲ ਕੇ ਨਹੀਂ ਖੇਡੇ। ਕਿਹੜੇ ਮਸਲੇ ਤੇ? ਇੱਕ ਕਿਸਾਨੀ ਅੰਦੋਲਨ, ਉਸ ਕਿਸਾਨੀ ਅੰਦੋਲਨ 'ਚ ਜੇ ਬੇਲਾਂ ਪਹਿਲਾਂ ਤਾਂ ਪਰਚੇ ਦਰਜ ਕੀਤੇ, ਉਹ ਕਿਹਨੇ ਕੀਤੇ? ਭਾਜਪਾ ਨੇ। ਪਰਚੇ ਕਿਹੜੇ ਦਰਜ ਕੀਤੇ? ਕਿਸਾਨਾਂ ਤੇ, ਅੰਨਦਾਤਾ ਤੇ, ਦੇਸ਼ ਦਰੋਹ ਦੇ 307 ਦੇ ਝੂਠੇ ਪਰਚੇ। ਉਹਨਾਂ ਪਰਚਿਆਂ ਦੀ ਪੈਰਵਾਈ ਕਿਹਨੇ ਕੀਤੀ? ਸਾਹਿਬ ਮਨਜਿੰਦਰ ਸਿੰਘ ਜੀ ਨੇ, ਸਰਸਾ ਸਾਹਿਬ ਨੇ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਉਹਨਾਂ ਨੂੰ ਤਾਂ ਇਸ ਗੱਲ ਦਾ ਬੜਾ ਮਲਾਲ ਸੀ, ਇਸ ਗੱਲ ਦਾ ਬੜਾ ਗੁੱਸਾ ਸੀ ਕਿ ਇਹਨਾਂ ਨੇ ਲੰਗਰ ਜਾ ਕੇ ਉੱਥੇ ਕਿਉਂ ਛਕਾਇਆ, ਇਹਨਾਂ ਨੂੰ ਲੰਗਰ ਨਾ ਪਹੁੰਚਦਾ ਤੇ ਸ਼ਾਇਦ ਇਹ ਚਲੇ ਜਾਂਦੇ ਇੱਥੋਂ। ਉਹ ਗੁੱਸਾ ਉਹਨਾਂ ਨੇ ਕਿੱਥੇ ਨਾ ਕਿੱਥੇ ਇੱਥੇ ਹੁਣ ਕੱਢਿਆ, ਔਰ ਕੱਢਿਆ ਮੁੱਲਾਪੁਰੀ ਸਾਹਿਬ ਦੇ ਦੋਸਤ ਰਾਹੀਂ। ਉਸ ਤੋਂ ਬਾਅਦ ਦੂਜਾ ਮੁੱਦਾ ਆਇਆ ਆਪ ਵਾਲੇ। ਇਹਨਾਂ ਨੂੰ ਕੀ ਢਿੱਡ ਪੀੜ ਹੋਈ? ਇਹਨਾਂ ਨੂੰ ਇਹ ਢਿੱਡ ਪੀੜ ਹੋਈ ਕਿ ਜਿਹੜੇ ਕੈਦੀ ਨਿਕਲੇ ਜੇਲ੍ਹਾਂ ਚੋਂ, ਉਹਨਾਂ ਦੀ ਵੀਡੀਓ ਸਾਹਮਣੇ ਆਈ ਕਿ ਸਾਨੂੰ ਦਿਉੜੀਆਂ ਤੇ ਖਿਲਾਰ ਕੇ ਸਾਡੇ ਪੱਗਾਂ 'ਚ ਜੁੱਤੀਆਂ ਮਾਰੀਆਂ ਗਈਆਂ, ਸਾਡੀਆਂ ਦਾੜੀਆਂ ਕੇਸਾਂ ਦੀ ਬੇਅਦਬੀ ਕੀਤੀ ਗਈ। ਉਹਨਾਂ ਲੋਕਾਂ ਦੀ ਪੈਰਵਾਈ ਕਿਹਨੇ ਕੀਤੀ? ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਿਬ ਮਨਜਿੰਦਰ ਸਿੰਘ ਸਿਰਸਾ ਨੇ। ਉਹ ਜ਼ਮਾਨਤ ਦਿਵਾਉਣ ਲਈ ਵਕੀਲ ਕਰ ਰਿਹਾ। ਉਹ ਧੰਨਵਾਦੀ ਨੇ ਜਿਨ੍ਹਾਂ ਨੂੰ ਜ਼ਮਾਨਤ ਦਵਾਈ, ਉਹ ਆਪ ਕਹਿੰਦੇ ਆ, ਤੇ ਉਹਨਾਂ ਦੀ ਜ਼ਮਾਨਤ ਦਾ ਵਿਰੋਧ ਕੌਣ ਕਰ ਰਿਹਾ? ਦਿੱਲੀ ਦਾ ਸਰਕਾਰੀ ਵਕੀਲ ਅਰਵਿੰਦ ਕੇਜਰੀਵਾਲ ਦਾ ਵਕੀਲ। ਔਰ ਦਿੱਲੀ ਤਿਹਾੜ ਜੇਲ੍ਹ ਕਿਹਦੇ ਥੱਲੇ ਹੈ? ਕੇਜਰੀਵਾਲ ਥੱਲੇ। ਉਹਨਾਂ ਸਾਰਿਆਂ ਨੇ ਰਲ ਮਿਲ ਕੇ ਹੁਣ ਵੇਖ ਲਿਆ ਕਿ ਸਾਡੀ ਤਾਂ ਗੱਲ ਬਣਨੀ ਨਹੀਂ, ਕਿਉਂਕਿ ਦਿੱਲੀ ਦੇ ਲੋਕ ਇਨਸਾਫ ਪਸੰਦ ਲੋਕ, ਭਾਈਚਾਰਕ ਸਾਂਝ 'ਚ ਵਿਸ਼ਵਾਸ ਕਰਨ ਵਾਲੇ ਲੋਕ, ਉਹ ਸਾਰੇ ਸਾਹਿਬ ਮਨਜਿੰਦਰ ਸਿੰਘ ਦੀ ਮਦਦ ਤੇ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਦਦ ਤੇ। ਜੋ ਸ਼ੀਲਾ ਦੀਕਸ਼ਿਤ ਨੇ ਗਾਂਧੀ ਪਰਿਵਾਰ ਦੇ ਇਸ਼ਾਰੇ ਤੇ ਇੱਕ ਚਾਲ ਚਲੀ ਸੀ 2010 'ਚ, ਉਦੋਂ ਵੀ ਇਹ ਸਾਰੀ ਵਿਉਂਤਬੰਦੀ ਅਪਣਾਈ ਗਈ ਸੀ ਕਿ ਇਹ ਰਿਲੀਜੀਅਸ ਪਾਰਟੀ ਦਾ ਮੁੱਦਾ ਬਣਾ ਕੇ ਇਲੈਕਸ਼ਨ ਨਾ ਹੋਣ ਦਿੱਤੀ ਜਾਵੇ। ਉਦੋਂ ਲਾਗੂ ਨਹੀਂ ਕਰ ਸਕੇ। ਅੱਜ ਵੀ 21 ਮਾਰਚ ਨੂੰ ਜਿਹੜਾ ਡਾਇਰੈਕਟਰ ਹੈ 21 ਮਾਰਚ ਦੇ ਮਹੀਨੇ 21 ਦੇ ਸਾਲ ਦੇ ਵਿੱਚ ਉਹ ਕਹਿ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਰਿਲੀਜੀਅਸ ਪਾਰਟੀ ਨਹੀਂ ਹੈ। ਹੁਣ ਮਹੀਨੇ ਦੇ ਅੰਦਰ ਅੰਦਰ ਕੀ ਬਦਲ ਗਿਆ? 10 ਦਿਨ ਦੇ ਅੰਦਰ ਅੰਦਰ ਕੀ ਬਦਲ ਗਿਆ? ਦਬਾਅ ਪੈ ਗਿਆ ਇਹਨਾਂ ਬਹਿਰੂਪੀਆਂ ਦਾ ਤੇ ਸੈਂਟਰ ਦੀ ਤੇ ਆਪ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਦਾ। ਜਿਹੜਾ ਹਾਰ ਜਿਨ੍ਹਾਂ ਨੂੰ ਸਾਹਮਣੇ ਦਿਸਦੀ ਸੀ, ਉਹ ਰਲ ਕੇ ਉਹਨਾਂ ਨੇ ਖੇਡ ਰਚਿਆ। ਮਗਰ ਲੋਕ ਬੜੇ ਸਿਆਣੇ ਆ ਜਿਨ੍ਹਾਂ ਨੇ ਹੱਕ ਸੱਚ ਦੀ ਲੜਾਈ ਲੜੀ ਆ। ਅਸੀਂ ਕਿਸਾਨਾਂ ਦੇ ਨਾਲ ਆ, ਪੰਜਾਬੀਆਂ ਦੇ ਨਾਲ ਆ, ਜਿਹਦੇ ਨਾਲ ਇਨਸਾਨੀਅਤ ਦੇ ਬੇਇਨਸਾਫੀ ਹੋਊਗੀ, ਸ਼੍ਰੋਮਣੀ ਅਕਾਲੀ ਦਲ ਉਹਦੀ ਪੈਰਵਾਈ ਕਰੂਗਾ। ਔਰ ਸਾਨੂੰ ਸਰਦਾਰ ਮਨਜਿੰਦਰ ਸਿੰਘ ਤੇ ਸਾਡੇ ਹਰਮੀਤ ਸਿੰਘ ਦੀ ਕਾਲਕਾ ਜੀ ਦੀ ਟੀਮ ਤੇ ਮਾਣ ਹੈ। ਉਹ ਲੜਾਈ ਲੜਨਗੇ ਔਰ ਸਾਨੂੰ ਇਹਦੇ 'ਚ ਵੀ ਕਾਮਯਾਬੀ ਮਿਲੂਗੀ। ਹਾਈ ਕੋਰਟ ਦਾ ਸਟੇ ਹੋਣ ਦੇ ਬਾਵਜੂਦ ਜਾਣ ਬੁੱਝ ਕੇ ਇਲੈਕਸ਼ਨ ਐਲਾਨਤੀ ਵਿੱਚ
ਕਿ ਕੋਰਟਾਂ ਦੀ ਛੁੱਟੀ ਆ, ਕੋਈ ਜਾ ਕੇ ਹਾਈ ਕੋਰਟ ਅਪਰੋਚ ਨਾ ਕਰ ਸਕੇ, ਕਿਉਂਕਿ ਜਦ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈ, ਫਿਰ ਸਟੇ ਨਹੀਂ ਮਿਲਦੀ। ਲੁਧਿਆਣੇ ਦੀ ਤੁਸੀਂ ਗੱਲ ਕੀਤੀ ਹੈ, ਲੁਧਿਆਣੇ ਦੇ ਇੱਕ ਵਿਧਾਇਕ ਤੇ ਬਲਾਤਕਾਰ ਦੇ ਦੋਸ਼ ਵੀ ਲੱਗੇ ਹੋਏ ਨੇ। ਤੁਸੀਂ ਲੁਧਿਆਣੇ ਦੀ ਗੱਲ ਕੀਤੀ ਸੀ, ਲੁਧਿਆਣੇ ਦੇ ਵੀ ਇੱਕ ਵਿਧਾਇਕ ਤੇ ਬਲਾਤਕਾਰ ਦੇ ਦੋਸ਼ ਲੱਗੇ ਹੋਏ ਨੇ। ਉਹ ਮੇਲਾ ਭਟਕ ਰਹੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਸਾਫ਼ ਨਹੀਂ ਮਿਲ ਰਿਹਾ। ਉਹ ਜਿੱਤੇ ਲੱਗੇ ਆ, ਉਹ ਤੇ ਇੱਕ ਦੋਸ਼ ਲੱਗਿਆ ਕਿਥੇ? ਉਹ ਬੰਦੇ ਦਾ ਸਵਾਲ ਪੁੱਛਿਆ ਕਰੋ, ਇਹ ਜੇ ਤਾਂ ਕੀ ਸਵਾਲ ਤੁਸੀਂ ਪੁੱਛਦੇ ਹੋ? ਮੈਂ ਤਾਂ ਜਿਹੜੇ ਤੁਹਾਡੇ ਚੋਂ ਹਿੰਮਤੀ ਪੱਤਰਕਾਰ ਆ ਨਾ, ਜਿਹੜਾ ਹਾਲੇ ਵੀ ਉਹ ਖਬਰ ਛਾਪੀ ਜਾਂਦੇ, ਵੇਖੋ ਕਮਾਲ ਦਾ, ਤੁਸੀਂ ਤਾਂ ਚੰਡੀਗੜ੍ਹ ਆਏ ਨਹੀਂ ਸੈਸ਼ਨ ਵੇਖਣ, ਤੁਹਾਨੂੰ ਤਾਂ ਵੜਨ ਨਹੀਂ ਦਿੱਤਾ ਉੱਥੇ ਕਿਸੇ ਨੇ, ਆਪਣਾ ਸਪੀਕਰ ਸਾਹਿਬ ਨੇ। ਕਿਉਂ? ਚੌਥਾ ਨਾ ਕਰੋਨਾ ਕਿੱਥੇ ਜੀ? ਉਹ ਜਦੋਂ ਇਹਦਾ ਦਾ ਜੀ ਕਰਦਾ ਫਿਰ ਤਾਂ ਇਲੈਕਸ਼ਨ ਵੀ ਕਰਾ ਲੈਂਦੇ ਆ, ਬੰਦੇ ਤੇ ਬੰਦਾ ਚੜਾ ਦਿੰਦੇ ਆ। 2 ਗਜ ਦੀ ਦੂਰੀ ਵਾਲੇ ਬੰਦੇ ਤੇ ਬੰਦਾ, ਉਹ ਕਹਿ ਰਹੇ ਹਾਲੇ ਵੀ ਟੈਂਟ 'ਚ ਬੰਦੇ ਘੱਟ ਆਏ ਜਿਹੜੇ 2 ਗਜ ਦੀ ਦੂਰੀ ਦਾ ਪ੍ਰੋਗਰਾਮ ਕਰਦੇ ਆ। ਉਹ ਕਰੋਨਾ ਦਾ ਤੁਹਾਨੂੰ ਪਾਠ ਪੜਾਉਂਦੇ, 2 ਗਜ ਦੀ ਦੂਰੀ ਤੇ ਮਾਸਕ ਪਾ ਲਓ, ਇੱਧਰ ਹੋ ਜਾਓ ਉੱਧਰ ਹੋ ਜਾਓ। ਜਦੋਂ ਇਹਨਾਂ ਨੂੰ ਸੂਟ ਕਰਦਾ ਸਭ ਠੀਕ ਆ, ਉਹੀ ਹਾਲ ਉਹਨਾਂ ਦਾ। ਕਿਉਂ ਨਹੀਂ ਆਉਣ ਦਿੱਤਾ ਚੌਥੇ ਥੰਮ ਨੂੰ, ਡੈਮੋਕ੍ਰੇਸੀ ਦੇ, ਲੋਕਤੰਤਰ ਦੇ ਚੌਥੇ ਥੰਮ ਨੂੰ ਵਿਧਾਨ ਸਭਾ? ਇੱਕ ਮੁੱਦੇ ਤੇ ਵੀ ਆ ਜਿਹੜੇ ਵੱਡਾ ਕੈਪਟਨ ਸਾਹਿਬ ਦਾ ਵਿਰੋਧ ਕਰਦੇ ਸੀ, ਹੁਣ ਕੱਲਾ ਕਿਉਂਕਿ ਆਸ਼ੂ ਨਾਲ ਰਲ ਕੇ ਖੇਡਦੇ ਆ ਤਾਂ ਹੁਣ ਕਾਂਗਰਸ ਚੰਗੀ ਹੋ ਗਈ। ਇਹਨਾਂ ਦੇ ਚਿਹਰੇ ਨੰਗੇ ਹੋਏ ਆ। ਜਿਹੜਾ ਇੱਕ ਹੋਰ ਪਾਰਟੀ ਬਣੀ ਸੀ, ਤੀਜੀ ਚੌਥੀ ਪਾਰਟੀ, ਮੈਂ ਤਾਂ ਵਿਧਾਨ ਸਭਾ 'ਚ ਕਿਹਾ ਸੀ ਸਪੀਕਰ ਸਾਹਿਬ ਨੂੰ, ਮੈਂ ਕਿਹਾ ਸਪੀਕਰ ਸਾਹਿਬ ਪਹਿਲਾਂ ਤਾਂ ਇਹ ਦੱਸ ਦਿਓ ਕਿ ਸੰਵਿਧਾਨ ਉੱਤੋਂ ਦੀ ਹੈ ਕਿ ਤੁਸੀਂ ਉੱਤੋਂ ਦੀ ਹੈ ਸੰਵਿਧਾਨ ਦੇ। ਮੈਂ ਆ ਇੱਕ ਰੋਪੜ ਵਾਲਾ MLA ਬੈਠੇ, ਮੈਂ ਇਹਦੇ ਮੂੰਹ 'ਚ ਤਾਂ ਲੱਡੂ ਤੁਸੀਂ ਪਾਇਆ, ਤੇ ਇਹ ਜਿਹੜੀ ਪਾਰਟੀ 'ਚੋਂ ਬਣਿਆ ਹੈ ਉਹ ਛੱਡ ਕੇ ਭੱਜ ਗਿਆ। ਕੀ ਲੈਣ ਦੇਣ ਹੋਇਆ? ਲੱਡੂ ਪਾਉਣ ਵਾਲੇ ਨੂੰ ਤਾਂ ਪਤਾ ਹੀ ਹੋਣਾ ਨਾ ਲੈਣ ਦੇਣ ਕਰਾਉਣ ਵਾਲੇ, ਤੇ ਇਹਨੂੰ ਕਿਉਂ ਨਹੀਂ ਡਿਸਕੁਆਲੀਫਾਈ ਕਰਦੇ? ਨਹੀਂ ਕੀਤਾ। ਇਸੇ ਤਰ੍ਹਾਂ ਜਿਹੜਾ ਅਸਤੀਫਾ ਦਿਆ, ਹੁਣ ਤੁਹਾਨੂੰ ਲੱਗਦਾ ਕਿ ਜਿਹਨੇ ਅਸਤੀਫਾ ਦਿੱਤਾ ਇੱਕ ਨੂੰ, ਜਿਹੜਾ ਕਹਿੰਦਾ ਮੈਂ ਇਹ ਜਹਾਨ ਨੂੰ ਰੋਕਿਆ ਹੈ, ਜਿਹੜਾ ਟਟੀਰੀ ਲਫ਼ਜ਼ ਇੱਕ ਵਾਰੀ ਬਾਲ ਸਾਹਿਬ ਨੇ ਉਹਦੇ ਲਈ ਵਰਤਿਆ ਸੀ ਕਿ ਮੈਂ ਧਰਤੀ ਨੂੰ, ਉੱਤੇ ਅਸਮਾਨਾਂ ਨੂੰ ਮੈਂ ਰੋਕਿਆ ਹੋਇਆ, ਉਹਨੂੰ ਆਪਦਾ ਅਸਤੀਫਾ ਨਹੀਂ ਲਿਖਣਾ ਆਉਂਦਾ ਕਿਤੇ? ਇਹ ਕਿਉਂ ਨਹੀਂ ਪ੍ਰਵਾਨ ਹੋ ਰਹੇ? ਔਰ ਅੱਜ ਇਹ ਰਲ ਕੇ ਕਾਂਗਰਸ ਨਾਲ ਖੇਡ ਰਿਹਾ। ਇਹ ਚਿਹਰੇ ਤਾਂ ਨੰਗੇ ਹੋਏ ਅੱਜ ਕੀ ਵਿਧਾਨ ਸਭਾ ਸਾਹਿਬ। ਲਗਾਤਾਰ ਕਾਂਗਰਸ ਤੁਹਾਡੇ ਇਲਜ਼ਾਮ ਲਾਉਂਦੀ ਰਹੀ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਬਹੁਤ ਹੈ, ਪਰ ਹੁਣ ਰੋਪੜ ਜੇਲ੍ਹ ਦੇ ਵਿੱਚ ਜਿਹੜਾ ਮੁਖਤਾਰ ਅੰਸਾਰੀ ਆ, ਉਸ ਨੂੰ ਲੈ ਕੇ ਕਾਂਗਰਸ ਸ਼ੈਲਟਰ ਕਰ ਰਹੀ ਹੈ। ਸੁਪਰੀਮ ਕੋਰਟ ਨੇ ਵੀ ਆਰਡਰ ਦਿੱਤੇ, ਉਹਨੂੰ ਕਿੱਦਾਂ ਦੇਖਦੇ? ਦੇਖੋ, ਜੋ ਸੁਪਰੀਮ ਕੋਰਟ ਦੇ ਆਰਡਰ ਆਏ ਆ, ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਦੇ MLA ਨੇ ਜਿਹੜੀ ਪੰਜਾਬ ਵਿਧਾਨ ਸਭਾ 'ਚ ਆਵਾਜ਼ ਉਠਾਈ, ਉਸ ਗੱਲ ਤੇ ਮੋਹਰ ਲੱਗੀ ਆ। ਜੋ ਬਹਿਸ ਵਿਧਾਨ ਸਭਾ 'ਚ ਅਸੀਂ ਕੀਤੀ ਆ, ਉਸੇ ਤਰਜ਼ ਤੇ ਬਹਿਸ ਸੁਪਰੀਮ ਕੋਰਟ ਤੇ ਹੋਈ, ਤੇ ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਮੁਖਤਿਆਰ ਅੰਸਾਰੀ ਦੇ ਉਲਟ। ਮਗਰ ਪੰਜਾਬ ਸਰਕਾਰ ਜਿਹਦੀ ਵੱਡੀ ਜ਼ਿੰਮੇਵਾਰੀ ਬਣਦੀ ਸੀ, ਉਹਦੀ ਮਦਦ ਤੇ ਖਲੋਗੀ ਜਾ ਕੇ। ਲੱਖਾਂ ਕਰੋੜਾਂ ਦਾ ਵਕੀਲ ਕਰ ਦੇਣਾ, ਟੌਪ ਦਾ ਵਕੀਲ ਕਰ ਲੈਣਾ ਇੱਕ ਗੈਂਗਸਟਰ ਵਾਸਤੇ ਤਾਂ ਇਹਨਾਂ ਨੂੰ ਮਨਜ਼ੂਰ ਆ, ਮਗਰ ਪੰਜਾਬ ਦੇ ਕਿਸਾਨ ਜਿਹੜੇ ਉੱਥੇ ਫਸੇ ਉਹਨਾਂ ਲਈ ਨਹੀਂ ਕਰਕੇ ਰਾਜੀ। ਪੰਜਾਬ ਦਾ ਖਜ਼ਾਨਾ, ਇਹ ਕਹਿੰਦੇ ਪੈਸੇ ਮੁੱਕ ਜਾਂਦੇ ਜਦੋਂ ਕਿਸਾਨ ਖੁਦਕੁਸ਼ੀ ਕਰਦਾ। ਦਸੂਏ ਦਾ ਪਿਓ ਪੁੱਤ ਕਿਰਪਾਲ ਸਿੰਘ ਤੇ ਉਹਦਾ ਮੁੰਡਾ ਪੂਰਾ ਹੋਏ ਸੀ, ਉਹਦੇ ਲਈ ਪੈਸੇ ਮੁੱਕ ਗਏ ਸੀ, ਮਗਰ ਕਰੋੜਾਂ ਦਾ ਵਕੀਲ ਦਿੱਲੀ ਕਰਨ ਵਾਸਤੇ ਮੁਖਤਿਆਰ ਅੰਸਾਰੀ ਲਈ ਇਹਨਾਂ ਕੋਲ ਪੈਸੇ ਨਹੀਂ ਮੁੱਕਦੇ। ਜਦੋਂ ਸਰਕਾਰ ਦੀ ਪ੍ਰਾਇੋਰਟੀਜ਼ ਇਹ ਹੋ ਜਾਣ, ਫਿਰ ਲਾਅ ਐਂਡ ਆਰਡਰ ਦਾ ਕੀ ਬਣੂ? ਕੱਲ ਉਹ ਵੇਖੋ ਜਿਹੜਾ ਉਹ ਕੀ ਇੱਕ ਗੈਂਗਸਟਰ ਹੋਰ ਉੱਥੇ ਬੰਦ ਕੀਤਾ, ਜੱਗੂ ਭਗਵਾਨਪੁਰੀਆ, ਉਹ ਕੇਕ ਵੀ ਕੱਟੇ, ਉਹ ਹੈਪੀ ਬਰਥਡੇ ਵੀ ਮਨਾਵੇ। ਤੁਹਾਡੇ ਲਈ ਮੈਨੂੰ ਲੱਗਦਾ ਕਦੇ ਕੋਈ ਕੇਕ ਲਿਆ ਹੋਣਾ, ਉੱਥੇ ਲਈ ਮੰਤਰੀ ਲੈ ਕੇ ਜਾਂਦਾ। ਫਿਰ ਉਹ ਮੰਤਰੀ ਦੀ ਸਲਾਹ ਨਾਲ ਤਾਂ ਜੇਲ੍ਹ ਪ੍ਰਸ਼ਾਸਨ ਚੱਲਦਾ। ਇਹ ਜੇ ਜਦ ਹਾਲਾਤ ਬਣ ਜਾਂਦੇ ਪੰਜਾਬ ਦਾ ਬਣੂ ਕੀ? ਮੀਟਰ ਸਾਹਿਬ 2022 ਦੀ ਹੁਣ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਆ ਕਾਂਗਰਸ? ਤੁਸੀਂ ਮਿਹਰਬਾਨੀ ਰੱਖਿਓ ਤੇ ਤਿਆਰੀ ਆਪੇ ਕਰ ਕਾਂਗਰਸ ਨੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਆਪਣੇ। ਨਵਜੋਤ ਸਿੰਘ ਸਿੱਧੂ ਪਹਿਲਾਂ ਤਾਂ 4 ਸਾਲਾਂ ਤੋਂ ਟਿਕ ਨਹੀਂ ਰਹੇ, ਤੇ ਹੁਣ ਮੀਟਿੰਗ ਹੋ ਰਹੀ ਹੈ ਕਾਂਗਰਸ ਦੇ ਨਾਲ, ਕੈਪਟਨ ਸਾਹਿਬ ਨਾਲ ਉਹਨਾਂ ਦੀ ਮੀਟਿੰਗ ਹੋਈ ਹੈ ਨਵਜੋਤ ਸਿੰਘ ਸਿੱਧੂ ਦੀ, ਤੇ ਲੋਕਾਂ ਦਾ ਕਹਿਣਾ ਹੈ ਕਿ ਆਉਣ ਦੇ CM ਦੇ ਵਿੱਚ ਉਹਨਾਂ ਦਾ ਚਿਹਰਾ ਮਤਲਬ ਉੱਪਰ ਕੇ ਸਾਹਮਣੇ ਆਵੇਗਾ। ਤੁਸੀਂ ਕੀ ਕਹੋਗੇ? ਤੁਹਾਡਾ 36 ਦਾ ਅੰਕੜਾ ਉਹਨਾਂ ਦੇ ਨਾਲ ਰਿਹਾ ਸ਼ੁਰੂ ਤੋਂ। ਮੇਰੇ ਤਾਂ ਬੜਾ ਪਿਆਰ ਰਿਹਾ। ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ 2022 ਚ ਮੁੱਖ ਮੰਤਰੀ ਜਿਹੜਾ ਹੋਣਗੇ ਜੀ। ਕਿਉਂਕਿ ਉਹਨਾਂ ਦੇ ਉੱਤਰ ਤੁਸੀਂ ਬਹੁਤ ਬਰੀਕੀ ਨਾਲ ਦਿੰਦੇ ਹੋ। ਠੀਕ ਹੈ ਜੀ, ਮਗਰ ਮੈਂ ਹੁਣ ਉਹਨਾਂ ਦਾ ਸਪੋਕਸਪਰਸਨ ਉਹਨਾਂ ਨੂੰ ਆਪ ਦਾ ਨਹੀਂ ਪਤਾ, ਤੇ ਮੈਂ ਜਵਾਬ ਦੇ ਦਿਆਂ ਕੱਲ ਮਹਿਸੂਸ ਕਰੂਗਾ ਕਿ ਛੋਟੇ ਵੀਰ ਨੇ ਗਲਤ ਕਹਿ ਦਿੱਤਾ ਮੇਰੇ ਬਾਰੇ। ਮਜੀਠੀਆ ਸਾਹਿਬ 2022 ਚ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਚਿਹਰਾ ਹੋਣਗੇ ਜੀ। ਲੱਗ ਜੂ ਜੀ, ਤੁਹਾਨੂੰ ਪਤਾ, ਤੁਹਾਨੂੰ ਪੁੱਛ ਕੇ ਬਣਾਵਾਂਗੇ ਜੀ ਜਿਹੜਾ ਤੁਹਾਨੂੰ ਵੀ ਮਨਪਸੰਦ 'ਚ ਹੋਵੇ ਨਾ ਜੀ। ਥੈਂਕ ਯੂ।